ਮਲੇਰਕੋਟਲਾ ਸ਼ਹਿਰ ਆ ਉਹਦੀ ਬੁਨਿਆਦ ਹੈ ਜਿਹੜੀ ਸ਼ੇਖ ਸਦਰੂਦੀਨ ਜਿਨ੍ਹਾਂ ਨੂੰ ਅਸੀਂ ਬਾਬਾ ਹੈਦਰ ਸ਼ੇਖ ਵੀ ਕਹਿੰਦੇ ਆ ਉਹਨਾਂ ਵੱਲੋਂ ਰੱਖੀ ਗਈ। ਸਾਨੂੰ ਸਮਝਾਓ ਕਿ ਬਾਬਾ ਜੀ ਇੱਥੇ ਕਿਵੇਂ ਆਏ, ਉਸ ਤੋਂ ਬਾਅਦ ਉਹਨਾਂ ਦੀ ਵਫਾਤ ਕਦੋਂ ਹੋਈ ਤੇ ਇਸ ਦਰਗਾਹ ਦੇ ਆਲੇ ਦੁਆਲੇ ਜਿਹੜੀਆਂ ਕਬਰਾਂ ਨੇ ਉਹ ਕਿਹਨਾਂ ਦੀ ਜਿਹੜੀ ਇਹ ਵਾਲੀ ਕਬਰ ਹੈ ਜਿਹੜੀ ਉਹਨਾਂ ਦੀ ਮਜ਼ਾਰ ਦੇ ਸੱਜੇ ਵਾਲੇ ਪਾਸੇ ਹੈ। ਇਫਤਿਖਾਰ ਸਾਹਿਬ ਫਿਰ ਇਹ ਕਿਹਨਾਂ ਦੀ ਕਬਰ ਹੈ? ਤੋਂ ਜਦੋਂ ਬਾਬਾ ਜੀ ਨੂੰ ਮਿਲਣ ਗਿਆ ਜਾ ਕੇ ਦੇਖਿਆ ਕਿ ਇੰਨੀ ਹਨੇਰੀ ਚੱਲਦੀ ਹੈ, ਹਵਾ ਚੱਲਦੀ ਹੈ, ਬਾਬਾ ਜੀ ਦੀ ਕੁਟੀਆ ਦੇ ਵਿੱਚ ਚਿਰਾਗ ਜਲ ਰਿਹਾ ਹੈ। ਇਹ ਬੁਝ ਕਿਉਂ ਨਹੀਂ ਰਿਹਾ ਕਿ ਆ ਜਿਸ ਸਥਾਨ ਤੇ ਆਪਾਂ ਬੈਠੇ ਆ ਇੱਥੇ ਆ ਕੇ ਬਾਬਾ ਜੀ ਨੇ ਆਪਣੀ ਕੁੱਲੀ ਬਣਾਈ। ਤਾਂ ਹੁਣ ਇੱਕ ਸ਼ਹਿਨਸ਼ਾਹ ਹਿੰਦ ਦਾ ਜਵਾਈ ਹੋਵੇ, ਉਹਦੀ ਧੀ ਉਹਦੇ ਘਰ ਗਈ ਹੋਵੇ ਤੇ ਉਹਨੂੰ ਇਸ ਤਰ੍ਹਾਂ ਫਕੀਰੀ ਹਾਲਤ 'ਚ ਤਾਂ ਉਹ ਛੱਡ ਨਹੀਂ ਸਕਦਾ। ਇਸ ਸ਼ਹਿਰ ਦੀ ਸਥਾਪਨਾ, ਮਲੇਰ ਦੀ ਸਥਾਪਨਾ ਲਗਭਗ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਾਸਿਫ ਫਾਰੂਕੀ। ਮਲੇਰਕੋਟਲਾ ਇੱਕ ਅਜਿਹੀ ਸਰਜ਼ਮੀਂ ਜਿਸ ਦਾ ਸਿੱਖ ਭਾਈਚਾਰੇ ਨਾਲ ਬੜਾ ਹੀ ਡੂੰਘਾ ਰਿਸ਼ਤਾ ਹੈ। ਅੱਜ ਤੁਹਾਨੂੰ ਮਲੇਰਕੋਟਲੇ ਦੀ ਇੱਕ ਅਜਿਹੀ ਵਿਲੱਖਣ ਅਸੀਂ ਜਿਹੜੀ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਅਜੇ ਤੱਕ ਇਤਿਹਾਸ ਦੇ ਪੰਨਿਆਂ 'ਚ ਅਲੋਪ ਹੋਈ ਪਈ ਸੀ। ਇਸ ਗੁਲਦਸਤੇ ਦੇ ਵਿੱਚ ਉਹ ਸਾਰੇ ਲੋਕ ਉਸ ਵੇਲੇ ਹੀ ਸ਼ਿੰਗਾਰ ਬਣਨਾ ਸ਼ੁਰੂ ਹੋ ਗਏ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਸ ਦੁਨੀਆ ਦੇ ਉੱਤੇ ਆਗਮਨ ਹੋਇਆ। 14ਵੀਂ 15ਵੀਂ ਸਦੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਇਸ ਦੁਨੀਆ ਦੇ ਉੱਤੇ ਦੁਨੀਆ ਨੂੰ ਰੌਸ਼ਨ ਕਰਨ ਆਉਂਦੇ ਨੇ ਤਾਂ 14ਵੀਂ 15ਵੀਂ ਸਦੀ ਦੇ ਵਿੱਚ ਹੀ ਮਲੇਰਕੋਟਲਾ ਸਰਜ਼ਮੀਂ ਦਾ ਇਤਿਹਾਸ ਹੈ। ਸਰਜ਼ਮੀਂ ਹੈ ਜਿਹੜੀ ਮਲੇਰਕੋਟਲਾ ਸ਼ਹਿਰ ਆ ਉਹਦੀ ਬੁਨਿਆਦ ਹੈ ਜਿਹੜੀ ਸ਼ੇਖ ਸਦਰੂਦੀਨ ਜਿਨ੍ਹਾਂ ਨੂੰ ਅਸੀਂ ਬਾਬਾ ਹੈਦਰ ਸ਼ੇਖ ਵੀ ਕਹਿੰਦੇ ਆ ਉਹਨਾਂ ਵੱਲੋਂ ਰੱਖੀ ਗਈ। ਇਸ ਨੀਂਹ ਨੂੰ ਲਗਭਗ ਪੌਣੇ 600 ਸਾਲ ਹੋ ਗਏ ਨੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਰਹੇ ਨੇ ਸ਼ੇਖ ਸਦਰੂਦੀਨ ਹੈਦਰ ਸ਼ੇਖ ਜੀ ਤੇ ਉਸ ਦੋ ਤਸਵੀਰਾਂ ਇਸ ਵੇਲੇ ਤੁਹਾਨੂੰ ਦਰਗਾਹ ਦੇ ਉੱਤੇ ਦਿਖਾਉਣੇ ਆ। ਅਕਸਰ ਤੁਸੀਂ ਇਸ ਦਰਗਾਹ ਦੇ ਉੱਤੇ ਆਉਣੇ ਹੋ, ਦਰਗਾਹ ਦੇ ਉੱਤੇ ਆ ਕੇ ਤਾਂ ਤੁਹਾਡੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਸਵਾਲ ਨੇ ਉਹ ਉੱਠਦੇ ਨੇ। ਇਹ ਜਿਹੜੀ ਮਜ਼ਾਰ ਹੈ ਇਸ ਵੇਲੇ ਤੁਸੀਂ ਦੇਖ ਰਹੇ ਹੋ, ਇਹ ਮਜ਼ਾਰ ਬਾਬਾ ਹੈਦਰ ਸ਼ੇਖ ਜੀ ਦੀ ਹੈ ਤੇ ਉਹਨਾਂ ਦੇ ਨਾਲ ਹੀ ਜਿਹੜੀਆਂ ਹੋਰ ਕਬਰਾਂ ਨੇ, ਜਿਹੜੀਆਂ ਦਰਗਾਹਾਂ ਨੇ ਉਹ ਵੀ ਬਣੀਆਂ ਹੋਈਆਂ ਨੇ। ਲੋਕ ਇੱਥੇ ਚਿਰਾਗਖਾਨੀ ਕਰਕੇ ਜਾਂਦੇ ਨੇ, ਆਪੋ ਆਪਣੀਆਂ ਮੰਨਤਾਂ ਮੰਨਦੇ ਨੇ। ਪਰ ਜਿਹੜੀ ਮਲੇਰਕੋਟਲੇ ਦੀ ਸ਼ੁਰੂਆਤ ਹੋਈ ਹੈ ਇਹ ਸ਼ੁਰੂਆਤ ਬਾਬਾ ਹੈਦਰ ਸ਼ੇਖ ਜੀ ਵੱਲੋਂ ਕੀਤੀ ਗਈ ਸੀ। ਹੈਦਰ ਸ਼ੇਖ ਉਹ ਸ਼ਖਸੀਅਤ ਨੇ ਜਿਨ੍ਹਾਂ ਦੀ ਮਲੇਰਕੋਟਲਾ ਪਹੁੰਚਣ ਤੋਂ ਬਾਅਦ ਇਹਦਾ ਇਤਿਹਾਸ ਬਣਿਆ, ਮਲੇਰਕੋਟਲਾ ਸ਼ਹਿਰ ਬਣਿਆ, ਇੱਕ ਗੁਲਦਸਤਾ ਬਣਿਆ ਕਿਉਂਕਿ ਇਸ ਦੀ ਸ਼ੁਰੂਆਤ ਦੁਨੀਆ ਭਰ 'ਚ ਮਸ਼ਹੂਰ ਸ਼ੇਖ ਸਦਰੂਦੀਨ ਹੈਦਰ ਸ਼ੇਖ ਜੀ ਨੇ ਕੀਤਾ ਸੀ। ਪਰ ਸਾਡੇ ਨਾਲ ਅੱਜ ਇਹ ਸਾਰੀਆਂ ਜਾਣਕਾਰੀਆਂ ਸਾਂਝੀਆਂ ਕਰਨ ਲਈ ਜਿਹੜੇ ਪੰਜਾਬ ਦੇ ਨਹੀਂ ਸਗੋਂ ਦੁਨੀਆ ਦੇ ਵਾਹਦ ਇੱਕ ਅਜਿਹੇ ਹਿਸਟੋਰੀਅਨ ਨੇ ਸਾਡੇ ਨਾਲ ਸ਼ੇਖ ਇਫਤਿਖਾਰ ਹੁਸੈਨ। ਉਹਨਾਂ ਨਾਲ ਗੱਲਬਾਤ ਕਰਾਂਗੇ, ਅੱਜ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਦਰਬਾਰ ਨੂੰ ਵੀ ਸਮਝਾਂਗੇ, ਇਹਦੇ ਆਲੇ ਦੁਆਲੇ ਜਿਹੜੀਆਂ ਕਬਰਾਂ ਵੀ ਨੇ ਉਹਨਾਂ ਨੂੰ ਵੀ ਸਮਝਾਂਗੇ। ਬੜੀ ਡੀਪ ਨੌਲੇਜ ਇਹਨਾਂ ਨੂੰ ਰੱਖਦੇ ਨੇ। ਈਵਨ ਕਿ ਇਹਨਾਂ ਨੂੰ ਇਹ ਵੀ ਪਤਾ ਹੈ ਕਿ ਜਿਹੜੀਆਂ ਕੰਧਾਂ ਤੁਸੀਂ ਦੇਖ ਰਹੇ ਹੋ ਇਹ ਜਦੋਂ ਬਾਬਾ ਜੀ ਇਸ ਦੁਨੀਆ ਤੋਂ ਵਫਾਤ ਕਰ ਗਏ, ਇੰਤਕਾਲ ਫਰਮਾ ਗਏ, ਪਰਦਾ ਕਰ ਗਏ ਤਾਂ ਉਸ ਤੋਂ ਬਾਅਦ ਇਹ ਚਾਰ ਦੀਵਾਰੀ ਦੀਆਂ ਕੰਧਾਂ ਕਿਹੜੇ ਸਾਲ ਦੀਆਂ ਨੇ ਔਰ ਕਿਸ ਤਰੀਕੇ ਨਾਲ ਇਹ ਬਗੈਰ ਸੀਮੈਂਟ ਤੋਂ ਝੱਖੜ, ਝੱਲੇ, ਹਨੇਰੀਆਂ ਬਹੁਤ ਕੁਝ 550 600 ਸਾਲਾਂ ਦੇ ਵਿੱਚ ਆਇਆ। ਲੇਕਿਨ ਜਿਹੜੀਆਂ ਇਹ ਇੱਕ ਵੱਡੀ ਗੱਲ ਹੀ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਇਹ ਕੰਧ ਹੈਗੀ ਉਸੇ ਤਰੀਕੇ ਨਾਲ ਇਹ ਖੜੀ ਹੈ, ਉਸੇ ਤਰੀਕੇ ਨਾਲ ਅੱਜ ਵੀ ਉਸੇ ਸ਼ਕਲ ਦੇ ਵਿੱਚ ਵੱਡੇ ਵੱਡੇ ਪੱਥਰਾਂ ਦੀ ਸ਼ਕਲ ਦੇ ਵਿੱਚ ਮੌਜੂਦ ਹੈ। ਇਫਤਿਖਾਰ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਔਰ ਤੁਹਾਡਾ ਬੜਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਔਰ ਨਾਲ ਹੀ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ, ਇਸ ਲਈ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਨੂੰ ਇਹ ਸਮਝਾਓ ਇਹ ਦਰਗਾਹ ਜਿਹੜੀ ਹੈ ਕਿੰਨੇ ਸੌ ਸਾਲ ਪੁਰਾਣੀ ਸੀ, ਪਹਿਲਾਂ ਇੱਥੇ ਕੀ ਹੁੰਦਾ ਸੀ, ਕਿਸ ਤਰੀਕੇ ਨਾਲ ਇਹ ਮਲੇਰਕੋਟਲਾ ਵਸਿਆ ਸੀ, ਤੁਹਾਡੇ ਕੋਲੋਂ ਉਹ ਵੀ ਜਾਣਕਾਰੀ ਹਾਸਿਲ ਕਰਾਂਗੇ। ਪਹਿਲਾਂ ਅਸੀਂ ਦਰਗਾਹ ਤੋਂ ਸ਼ੁਰੂ ਕਰਦੇ ਹਾਂ, ਬਾਬਾ ਜੀ ਦੀ ਦਰਗਾਹ ਤੋਂ ਸ਼ੁਰੂ ਕਰਦੇ ਹਾਂ। ਜਨਮ ਕਦੋਂ ਹੋਇਆ ਬਾਬਾ ਜੀ ਦਾ? ਦੁਨੀਆ ਭਰ ਦੇ ਵਿੱਚ ਬੜੀ ਮਾਨਤਾ ਹੈ ਹੈਦਰ ਸ਼ੇਖ ਦੀ। ਜਗਰਾਵਾਂ ਦੀ ਰੌਸ਼ਨੀ ਹੋ ਗਈ, ਜਰਗ ਦਾ ਮੇਲਾ ਹੋ ਗਿਆ, ਛਪਾਰ ਦਾ ਮੇਲਾ ਹੋ ਗਿਆ, ਤਾਂ ਉਹਦੇ ਵਿੱਚੋਂ ਇੱਕ ਮਲੇਰਕੋਟਲੇ ਦਾ ਬਾਬਾ ਜੀ ਦਾ ਵੀ ਜਿਹੜਾ ਮੇਲਾ ਦਰਬਾਰ ਹੈ ਉਹ ਵੀ ਬੜਾ ਮਸ਼ਹੂਰ ਹੈ। ਸਾਨੂੰ ਸਮਝਾਓ ਕਿ ਬਾਬਾ ਜੀ ਇੱਥੇ ਕਿਵੇਂ ਆਏ, ਉਸ ਤੋਂ ਬਾਅਦ ਉਹਨਾਂ ਦੀ ਵਫਾਤ ਕਦੋਂ ਹੋਈ ਤੇ ਇਸ ਦਰਗਾਹ ਦੇ ਆਲੇ ਦੁਆਲੇ ਜਿਹੜੀਆਂ ਕਬਰਾਂ ਨੇ ਉਹ ਕਿਹਨਾਂ ਦੀਆਂ ਨੇ? ਸ਼ੁਰੂਆਤ ਜਿਹੜੀ ਕਰਨ ਲੱਗਿਆ ਮੈਂ ਉਹ ਆਪਾਂ ਨੂੰ ਬਾਬਾ ਜੀ ਦਾ ਇਤਿਹਾਸ ਦੇਖਣ ਵਾਸਤੇ ਲਗਭਗ 700 ਸਾਲ ਪਿੱਛੇ ਜਾਣਾ ਪਏਗਾ। ਉਹ ਇੱਦਾਂ ਹੈ ਕਿ ਬਾਬਾ ਜੀ ਦੇ ਜਿਹੜੇ ਵੰਸ਼ਜ ਇਹਨਾਂ ਦੇ ਜਿਹੜੇ ਬਾਪ ਦਾਦੇ ਸੀਗੇ ਉਹ ਈਰਾਨ ਦੇ
ਸ਼ਹਿਰ ਸ਼ੇਰਵਾਨ 'ਚ ਰਹਿੰਦੇ ਸੀਗੇ। ਜੀ ਸ਼ੇਰਵਾਨ ਤੋਂ ਉਹਨਾਂ ਨੇ ਹਿਜਰਤ ਕੀਤੀ ਤਾਂ ਅਫਗਾਨਿਸਤਾਨ ਦੇ ਇੱਕ ਕਸਬਾ ਦਰਾਬਾਨ 'ਚ ਆ ਕੇ ਉਹਨਾਂ ਨੇ ਰਿਹਾਇਸ਼ ਕਰ ਲਈ। ਸ਼ੇਰਵਾਨ ਤੋਂ ਰਿਹਾਇਸ਼ ਕਰਕੇ ਹਿਜਰਤ ਕਰਕੇ ਜਦੋਂ ਅਫਗਾਨਿਸਤਾਨ 'ਚ ਆਏ ਤਾਂ ਸ਼ੇਰਵਾਨ ਤੋਂ ਆਉਣ ਕਰਕੇ ਇਹ ਪਠਾਨ ਫੈਮਿਲੀ ਸੀ, ਇਹਨਾਂ ਨੂੰ ਸ਼ੇਰਵਾਨੀ ਪਠਾਨ ਕਿਹਾ ਜਾਂਦਾ। ਜੀ ਅੱਜ ਸ਼ੇਰਵਾਨੀ ਦਾ ਮਤਲਬ ਜਿਹੜਾ ਹੈ ਲੋਕ ਨਹੀਂ ਸਮਝਦੇ, ਤਾਂ ਸ਼ੇਰਵਾਨੀ ਪਠਾਨ ਇਸ ਕਰਕੇ ਨੇ ਇਹ ਈਰਾਨ ਦੇ ਕਸਬਾ ਸ਼ੇਰਵਾਨ 'ਚੋਂ ਆਏ ਹੋਏ ਨੇ। ਫਿਰ ਇਹਨਾਂ ਨੇ ਆ ਕੇ ਦਰਾਬਾਨ ਦੇ ਵਿੱਚ ਅਫਗਾਨਿਸਤਾਨ 'ਚ ਰਿਹਾਇਸ਼ ਕਰ ਲਈ। ਇਹਨਾਂ ਦੀ ਜਿਹੜੀ ਫੈਮਿਲੀ ਸੀ ਬਾਬਾ ਜੀ ਦੀ, ਉਹ ਸ਼ੁਰੂ ਤੋਂ ਹੀ ਸੂਫੀਜ਼ਮ 'ਚ ਵਿਸ਼ਵਾਸ ਰੱਖਦੀ ਸੀ। ਔਰ ਇਹਨਾਂ ਦੇ ਫਾਦਰ ਜਿਹੜਾ ਇਹਨਾਂ ਦੇ ਪਿਤਾ ਜੀ ਕਹਿ ਦਈਏ ਤੇ ਉਹਨਾਂ ਦੇ ਦਾਦਾ ਜੀ, ਇਹ ਸਾਰੇ ਸੂਫੀ ਮਤ ਦੇ ਵਿੱਚ ਵਿਸ਼ਵਾਸ ਰੱਖਦੇ ਤੇ ਸੂਫੀਆਂ ਨੂੰ ਮੰਨਣ ਵਾਲੇ ਸੀਗੇ। ਤਾਂ ਅਫਗਾਨਿਸਤਾਨ ਦੇ ਵਿੱਚ ਬਾਬਾ ਜੀ ਦਾ ਜਨਮ ਹੋਇਆ ਸ਼ੇਖ ਅਹਿਮਦ ਦੇ ਘਰ। ਇਹਨਾਂ ਦੇ ਪਿਤਾ ਜੀ ਦਾ ਨਾਮ ਸ਼ੇਖ ਅਹਿਮਦ ਸੀਗਾ। ਤਾਂ ਸ਼ੇਖ ਅਹਿਮਦ ਦੇ ਘਰ ਜਦੋਂ ਜਨਮ ਹੋਇਆ ਤਾਂ ਜਨਮ ਤੋਂ ਹੀ ਇੱਕ ਚੀਜ਼ ਸਿੱਧ ਹੋ ਗਈ ਸੀ ਕਿ ਜਿਹੜਾ ਬਾਲਕ ਹੈ ਕੋਈ ਆਮ ਬਾਲਕ ਨਹੀਂ ਹੈ, ਕਿਉਂਕਿ ਇਹਨਾਂ ਦੇ ਜਨਮ ਤੋਂ ਕੁਝ ਦਿਨ ਪਹਿਲਾਂ ਹੀ ਇਹਨਾਂ ਦੀ ਮਾਤਾ ਜੀ ਨੂੰ ਇੱਕ ਸੁਪਨਾ ਆਇਆ ਸੀਗਾ, ਜਿਹਦੇ 'ਚ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਘਰ ਦੇ ਵਿੱਚ ਚਾਰੋਂ ਪਾਸੇ ਰੋਸ਼ਨੀ ਹੀ ਰੋਸ਼ਨੀ ਫੈਲੀ ਹੋਈ ਹੈ। ਤਾਂ ਸਵੇਰੇ ਉੱਠ ਕੇ ਉਹਨਾਂ ਨੇ ਬਾਬਾ ਜੀ ਦੇ ਜਿਹੜੇ ਪਿਤਾ ਸੀਗੇ, ਯਾਨੀ ਕਿ ਉਹਨਾਂ ਦੇ ਹਸਬੈਂਡ ਸ਼ੇਖ ਅਹਿਮਦ, ਉਹਨਾਂ ਨੂੰ ਦੱਸਿਆ। ਉਹਨਾਂ ਨੇ ਉਸ ਦੌਰ ਦੇ ਬਹੁਤ ਵੱਡੇ ਇੱਕ ਮੌਲਵੀ, ਉਹਨਾਂ ਨਾਲ ਗੱਲ ਕੀਤੀ ਕਿ ਮੇਰੀ ਧਰਮ ਪਤਨੀ ਨੂੰ ਇੱਕ ਸੁਪਨਾ ਆਇਆ ਜਿਹਦੇ 'ਚ ਤਾਂ ਉਹ ਕਹਿੰਦੇ ਵੀ ਤੁਹਾਡੇ ਘਰ ਕੋਈ ਬੱਚੇ ਨੇ ਵੀ ਪੈਦਾ ਹੋਣਾ ਹੈ। ਕਹਿੰਦੇ ਹਾਂ ਜੀ ਹੋਣਾ ਤਾਂ ਹੈ। ਕਹਿੰਦੇ ਉਹ ਬੱਚਾ ਲੜਕਾ ਹੋਏਗਾ ਔਰ ਬਹੁਤ ਹੀ ਭਾਗਾਂ ਵਾਲਾ ਹੋਏਗਾ ਔਰ ਉਹਦੀ ਰੋਸ਼ਨੀ ਹੈ ਜਿਹੜੀ ਉਹ ਪੂਰੀ ਦੁਨੀਆ 'ਚ ਫੈਲੇਗੀ। ਤੇ ਫਿਰ ਅੱਜ ਉਹੀ ਗੱਲ ਹੋਈ ਹੈ ਕਿ ਪੂਰੀ ਦੁਨੀਆ ਦੇ ਵਿੱਚ ਜਿਹੜੇ ਸ਼ੇਖ ਸਦਰੁਦੀਨ ਹੋਰਾਂ ਦੀ, ਹੈਦਰ ਸ਼ੇਖ ਹੋਰਾਂ ਦੀ ਬੜੇ ਜਿਹੜੀ ਕਹਿ ਸਕਦੇ ਕਿ ਰੋਸ਼ਨੀ ਹੋਈ ਹੈ। ਜੀ ਬਿਲਕੁਲ। ਇਹ ਹੁਣ ਇਹ ਗੱਲ ਤਾਂ ਬਾਬਾ ਜੀ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਇੱਕ ਦਰਵੇਸ਼ ਨੇ ਦੱਸ ਦਿੱਤੀ ਸੀਗੀ। ਤਾਂ ਉਸ ਤੋਂ ਬਾਅਦ ਬਾਬਾ ਜੀ ਦਾ ਉਸ ਘਰ 'ਚ ਜਨਮ ਹੋਇਆ। ਤਾਂ ਸ਼ੁਰੂ 'ਚ ਜਦੋਂ ਬਚਪਨ 'ਚ ਬੱਚੇ ਦਾ ਖੇਲਾਂ ਕਰਨੀ ਰੁਝਾਨ ਹੁੰਦਾ ਹੈ, ਤਾਂ ਸ਼ੇਖ ਸਦਰੁਦੀਨ ਦਾ ਖੇਲਾਂ ਪ੍ਰਤੀ ਕੋਈ ਰੁਝਾਨ ਨਹੀਂ ਸੀਗਾ ਔਰ ਇਹਨਾਂ ਦਾ ਰੁਝਾਨ ਵੀ ਰੱਬੀ ਪਾਸੇ ਸੀਗਾ, ਸੂਫੀ ਵਾਲੇ ਪਾਸੇ ਸੀਗਾ। ਤਾਂ ਇਹਨਾਂ ਦੇ ਵਾਲਿਦ ਸਾਹਿਬ ਨੇ, ਪਿਤਾ ਜੀ ਨੇ ਜਦੋਂ ਦੇਖਿਆ ਕਿ ਬੱਚੇ ਦਾ ਜਿਹੜਾ ਰੁਝਾਨ ਹੈ ਉਹ ਖੇਲਾਂ ਵੱਲ ਤਾਂ ਹੈ ਹੀ ਨਹੀਂ, ਦੁਨੀਆਦਾਰੀ ਕਰਨੀ ਤਾਂ ਹੈ ਨਹੀਂ, ਤਾਂ ਉਹਨਾਂ ਨੇ ਮੁੱਢਲੀ ਸਿੱਖਿਆ ਜਿਹੜੀ ਇਹਨਾਂ ਨੂੰ ਉਹ ਤਾਂ ਘਰ 'ਚ ਹੀ ਦਿੱਤੀ। ਉਸ ਵੇਲੇ ਘਰ 'ਚ ਹੀ ਉਰਦੂ, ਅਰਬੀ, ਫਾਰਸੀ ਜੋ ਵੀ ਸੀਗਾ ਘਰ ਪੜ੍ਹਾਇਆ ਜਾਂਦਾ ਸੀਗਾ। ਉਸ ਤੋਂ ਬਾਅਦ ਫਿਰ ਉਸ ਜ਼ਮਾਨੇ ਦੇ ਇੱਕ ਬਹੁਤ ਮਸ਼ਹੂਰ ਆਲਮ ਸੀਗੇ, ਉਹਨਾਂ ਦਾ ਨਾਮ ਸੀ ਸੂਫੀ ਮੌਲਾਨਾ ਬਹਾਉਦੀਨ ਜ਼ਕਰੀਆ ਮੁਲਤਾਨੀ। ਤਾਂ ਬਹਾਉਦੀਨ ਜ਼ਕਰੀਆ ਬਹੁਤ ਵੱਡੇ ਆਲਮ ਸੀਗੇ ਉਸ ਟਾਈਮ ਦੇ ਸੂਫੀ ਮਤ ਦੇ। ਤਾਂ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਨੂੰ ਉਹਨਾਂ ਕੋਲੇ ਭੇਜਤਾ ਕਿ ਦੀਨਦਾਰੀ ਦੀ, ਇਸਲਾਮ ਦੀ ਸਿੱਖਿਆ ਤੁਸੀਂ ਇਹਨਾਂ ਕੋਲੋਂ ਪ੍ਰਾਪਤ ਕਰੋ। ਬਹਾਉਦੀਨ ਜ਼ਕਰੀਆ ਸਾਹਿਬ ਨੇ ਇਹਨਾਂ ਨੂੰ ਆਪਣੇ ਕੋਲ ਰੱਖਿਆ, ਇਹਨਾਂ ਨੂੰ ਸਿੱਖਿਆ ਦਿੱਤੀ। ਜਦੋਂ ਇਹ ਜਵਾਨੀ ਤੱਕ ਹਜੇ ਪਹੁੰਚੇ, ਬੁਢਾਪੇ ਤੋਂ ਮਤਲਬ ਬਚਪਨ ਤੋਂ ਹਜੇ ਜਵਾਨੀ ਤੱਕ ਆਏ ਨੇ, ਤਾਂ ਇਹਨਾਂ ਦੇ ਜਿਹੜੇ ਉਹ ਗੁਰੂ ਸੀਗੇ ਬਹਾਉਦੀਨ ਜ਼ਕਰੀਆ ਸਾਹਿਬ ਮੁਲਤਾਨੀ ਜੀ, ਤਾਂ ਉਹ ਕਹਿੰਦੇ ਵੀ ਇਹ ਹੁਣ ਮੁੰਡਾ ਇੱਥੇ ਰਹਿਣ ਜੋਗਾ ਨਹੀਂ ਰਿਹਾ, ਵੀ ਇਹ ਹੁਣ ਸਾਰਾ ਕੁਝ ਸਿੱਖ ਗਿਆ, ਇਹਨੂੰ ਕੋਈ ਚੀਜ਼ ਸਿਖਾਉਣ ਦੀ ਜ਼ਰੂਰਤ ਨਹੀਂ ਹੈ। ਹੁਣ ਤਾਂ ਇਹਦੇ ਵਾਸਤੇ ਮੇਰਾ ਹੁਕਮ ਇਹ ਹੈ ਕਿ ਇਹ ਜਾ ਕੇ ਹੁਣ ਇਸਲਾਮ ਦੇ ਪ੍ਰਚਾਰ ਵਾਸਤੇ ਨਿਕਲ ਜਾਵੇ, ਬਲਕਿ ਅਫਗਾਨਿਸਤਾਨ ਛੱਡ ਜਾਵੇ, ਕਿਸੇ ਹੋਰ ਜਗ੍ਹਾ ਜਾਵੇ, ਇਹਦੀ ਕਿਤੇ ਹੋਰ ਲੋੜ ਹੈ। ਤਾਂ ਬਾਬਾ ਜੀ ਦੇ ਕੰਨ 'ਚ ਇਹ ਗੱਲ ਪਈ ਤੇ ਉਹਨਾਂ ਨੇ ਕਿਹਾ ਕਿ ਜੀ ਮੈਨੂੰ ਜੋ ਹੁਕਮ ਕਰੋਗੇ ਮੈਂ ਤਿਆਰ ਹਾਂ। ਤਾਂ ਖੁਸ਼ੀ ਉਹਨਾਂ ਨੇ ਉੱਥੋਂ ਪੁੱਛਿਆ ਕਿ ਮੈਨੂੰ ਦੱਸੋ ਮੈਂ ਕਿੱਥੇ ਜਾਵਾਂ। ਤਾਂ ਕਹਿੰਦੇ ਜੀ ਤੁਸੀਂ ਹਿੰਦੁਸਤਾਨ ਜਾਓ। ਹਿੰਦੁਸਤਾਨ, ਕਿਉਂਕਿ ਅਫਗਾਨਿਸਤਾਨ 'ਚ ਰਹਿੰਦੇ ਸੀਗੇ, ਵੀ ਹਿੰਦੁਸਤਾਨ 'ਚ ਜਾ ਕੇ ਇਸਲਾਮ ਦਾ ਪ੍ਰਚਾਰ ਕਰੋ, ਬਸ ਤੁਹਾਡੇ ਵਾਸਤੇ ਇਹੀ ਹੈ। ਤੇ ਤੁਹਾਡੀ ਸਿੱਖਿਆ ਦਾ ਮਤਲਬ ਹੀ ਇਹੀ ਹੈ ਕਿ ਤੁਸੀਂ ਇਹਨੂੰ ਫੈਲਾਓ ਕਰੋ ਅੱਗੇ ਜਾ ਕੇ। ਤਾਂ ਬਾਬਾ ਜੀ ਫਿਰ ਜਦੋਂ ਉੱਥੋਂ ਇੱਕ ਪੂਰਾ ਕਾਫਿਲਾ ਲੈ ਕੇ ਚੱਲੇ ਨੇ, ਇਹ ਗੱਲ 1446 ਈਸਵੀ ਦੀ ਹੈ। 1446 ਈਸਵੀ 'ਚ ਬਾਬਾ ਜੀ ਇੱਕ ਛੋਟਾ ਜਿਹਾ ਕਾਫਲਾ ਜਿਹਦੇ 'ਚ 35-40 ਬੰਦੇ ਔਰ ਕੁਝ ਬਾਬਾ ਜੀ ਦੇ ਸੇਵਾਦਾਰ, ਕੁਝ ਬਾਬਾ ਜੀ ਦੇ ਮੁਰੀਦ, ਉਹ ਉੱਥੋਂ ਚੱਲੇ। ਤਾਂ ਸਤਲੁਜ ਦਰਿਆ ਪਾਰ ਕਰਕੇ ਜਦੋਂ ਅੱਗੇ ਆਏ ਤੇ ਦਿੱਲੀ ਜਾਣ ਵਾਸਤੇ ਜਿਹੜਾ ਰਸਤਾ ਸੀ ਉਹ ਇਹੀ ਸੀ ਕਿ ਮਲੇਰਕੋਟਲੇ ਹੋ ਕੇ, ਉਦੋਂ ਮਲੇਰਕੋਟਲਾ ਤਾਂ ਹੈ ਨਹੀਂ ਸੀ, ਲਾਗੇ ਇੱਕ ਕਸਬਾ ਸੀ ਭੁੰਸੀ, ਇੱਥੋਂ ਦੀ ਹੋ ਕੇ ਲੰਘਣਾ ਪੈਂਦਾ ਸੀ। ਜਦੋਂ ਬਾਬਾ ਜੀ ਭੁੰਸੀ ਨਾਮਕ ਸਥਾਨ ਤੇ ਪਹੁੰਚੇ ਤਾਂ ਉਦੋਂ ਰਾਤ ਦਾ ਵੇਲਾ ਹੋ ਚੁੱਕਿਆ ਸੀ। ਤਾਂ ਬਾਬਾ ਜੀ ਨੇ ਕਿਹਾ ਕਿ ਇੱਥੇ ਪੜਾਅ ਕਰੋ, ਪੜਾਅ ਕਰਨ ਤੋਂ ਬਾਅਦ ਅਗਲਾ ਸਫ਼ਰ ਫੇਰ ਦੇਖਾਂਗੇ ਕਿੱਥੇ ਜਾਣਾ। ਤਾਂ ਉੱਥੇ ਭੁੰਸੀ ਨਾਮਕ ਸਥਾਨ ਤੇ ਪੜਾਅ ਕੀਤਾ ਬਾਬਾ ਜੀ ਨੇ।
ਤਾਂ ਉੱਥੇ ਉਹਨਾਂ ਨੇ ਕਿ ਆਪਣੇ ਮੁਰੀਦਾਂ ਨੂੰ ਕਿ ਆਲੇ ਦੁਆਲੇ ਦੇਖੋ ਯਾਰ ਕੋਈ ਚੀਜ਼ ਕੋਈ ਹੈ, ਕੋਈ ਰਹਿائش ਹੈ। ਉਹਨਾਂ ਨੇ ਕਿਹਾ ਥੋੜ੍ਹੇ ਜਿਹੇ ਘਰ ਨੇ ਜੀ, ਪਰ ਇੱਧਰ ਅੱਗੇ ਜੇ ਜਾ ਕੇ ਦੇਖੀਏ ਤਾਂ ਖੰਡਰ ਹੀ ਖੰਡਰ ਨੇ, ਵੀਰਾਨ ਹੈ, ਇੱਦਾਂ ਲੱਗਦਾ ਜਿਵੇਂ ਕੋਈ ਸ਼ਹਿਰ ਉਜੜਿਆ ਹੋਇਆ ਹੋਵੇ ਤੇ ਕੋਈ ਆਬਾਦੀ ਨਹੀਂ, ਖੰਡਰ ਨੇ। ਤਾਂ ਬਾਬਾ ਜੀ ਨੂੰ ਪਤਾ ਨਹੀਂ ਉਹ ਖੰਡਰਾਂ ਦੇ ਵਿੱਚ ਕੀ ਦਿਸਿਆ, ਉਹ ਕਹਿੰਦੇ ਵੀ ਇੱਥੇ ਹੀ ਰਹਾਂਗੇ, ਖੰਡਰਾਂ 'ਚ ਹੀ ਜਾ ਕੇ ਬਸੇਰਾ ਕਰਾਂਗੇ। ਤਾਂ ਬਾਬਾ ਜੀ ਆ ਗਏ, ਆ ਜਿਸ ਸਥਾਨ ਤੇ ਆਪਾਂ ਬੈਠੇ ਹਾਂ ਇੱਥੇ ਆ ਕੇ ਬਾਬਾ ਜੀ ਨੇ ਆਪਣੀ ਕੁੱਲੀ ਬਣਾਈ। ਇਹ ਸਥਾਨ ਉਹੀ ਹੈ ਜਿੱਥੇ ਫਸਟ ਟਾਈਮ ਬਾਬਾ ਜੀ ਨੇ ਆ ਕੇ ਆਪਣਾ ਡੇਰਾ ਲਾਇਆ। ਬਹੁਤ ਤੁਸੀਂ ਜਿਹੜੀਆਂ ਇੰਟਰਸਟਿੰਗ ਗੱਲਾਂ, ਜਿਹੜੀਆਂ ਇੰਟਰਸਟਿੰਗ ਫੈਕਟ ਨੇ ਜਿਹੜੇ ਮਲੇਰਕੋਟਲੇ ਬਾਰੇ ਦੱਸ ਰਹੇ ਆ, ਅਸੀਂ ਗੱਲਾਂ ਵੀ ਨਾਲ ਕਰਾਂਗੇ। ਤੇ ਜਿਹੜੇ ਇੱਥੇ ਸਾਡੇ ਮਲੇਰਕੋਟਲੇ ਆਉਂਦੇ ਨੇ ਲੋਕ, ਇੱਥੇ ਦਰਗਾਹ ਦੇ ਉੱਤੇ ਆਉਂਦੇ ਨੇ, ਉਹ ਸਾਰਾ ਦੇਖਦੇ ਨੇ ਇੱਥੇ, ਲੇਕਿਨ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਜਿਹੜੀਆਂ ਨਾਲ ਜਿਹੜੀਆਂ ਕਬਰਾਂ ਹੈਗੀਆਂ ਨੇ ਜਿਨ੍ਹਾਂ ਦੇ ਉੱਤੇ ਇੱਕ ਤਾਂ ਹੈਦਰ ਸ਼ੇਖ ਸਾਹਿਬ ਦੀ ਦਰਗਾਹ ਹੈਗੀ ਹੈ, ਤੇ ਜਿਹੜੀ ਇਹ ਵਾਲੀ ਕਬਰ ਹੈ ਜਿਹੜੀ ਉਹਨਾਂ ਦੀ ਮਜ਼ਾਰ ਦੇ ਸੱਜੇ ਵਾਲੇ ਪਾਸੇ ਹੈ। ਇਫਤਿਖਾਰ ਸਾਹਿਬ, ਫਿਰ ਇਹ ਕਿਹਨਾਂ ਦੀ ਕਬਰ ਹੈਗੀ ਹੈ, ਇਹ ਜ਼ਰਾ ਸਾਨੂੰ ਸਮਝਾਓ। ਦੇਖੋ ਜੀ, ਮੇਨ ਕਬਰ ਹੈ ਜਿਹੜੀ ਗੱਬੇ ਦੇਖ ਰਹੇ ਹੋ ਚਾਰ ਦੀਵਾਰੀ ਦੇ ਅੰਦਰ ਛੱਤ ਦੇ ਨੀਚੇ, ਇਹ ਤਾਂ ਸ਼ੇਖ ਸਦਰੁਦੀਨ ਸਾਹਿਬ ਦੀ ਹੈ, ਉਹਨਾਂ ਦੀ ਕਬਰ ਹੈ। ਇਹਨਾਂ ਦੇ ਸੱਜੇ ਔਰ ਖੱਬੇ ਜਿਹੜੀਆਂ ਤੁਸੀਂ ਕਬਰਾਂ ਦੇਖ ਰਹੇ ਹੋ ਇਹ ਬਾਬਾ ਜੀ ਦੇ ਪਰਿਵਾਰ ਦੀਆਂ ਹੀ ਕਬਰਾਂ ਨੇ। ਜਿੱਦਾਂ ਆਪਾਂ ਇਸ ਕਬਰ ਦੀ ਗੱਲ ਕਰੀਏ ਤਾਂ ਬਾਬਾ ਜੀ ਦੀ ਧਰਮ ਪਤਨੀ ਤਾਜ ਮੁਰੱਸਾ ਬੇਗਮ, ਜਿਹੜੀ ਕਿ ਹਿੰਦੁਸਤਾਨ ਦੇ ਸ਼ਹਿਨशाह ਬਹਿਲੋਲ ਲੋਧੀ ਦੀ ਧੀ ਸੀਗੀ। ਜਿਹਾਂ ਬਹਿਲੋਲ ਲੋਧੀ ਨੇ ਆਪਣੀ ਬੇਟੀ ਦੀ ਸ਼ਾਦੀ ਸ਼ੇਖ ਸਦਰੁਦੀਨ ਨਾਲ ਕਰੀ ਸੀਗੀ, ਤੇ ਇਹ ਉਹਨਾਂ ਦੀ ਕਬਰ ਹੈ। ਉਹ ਜੇ ਸੱਜੇ ਪਾਸੇ ਜਾ ਕੇ ਦੇਖੋਗੇ ਇਹ ਇਹਨਾਂ ਦੇ ਪੋਤੇ ਦੀ ਕਬਰ ਹੈ, ਸ਼ੇਖ ਸਦਰੁਦੀਨ ਦੇ ਪੋਤੇ ਦੀ ਕਬਰ ਹੈ। ਜੇ ਉਧਰਲੀ ਸਾਈਡ ਜਾ ਕੇ ਦੇਖੋਗੇ ਤਿੰਨ ਕਬਰਾਂ ਦਿਖਦੀਆਂ ਨੇ, ਉਹ ਬਾਬਾ ਜੀ ਦੇ ਤਿੰਨ ਬੇਟੇ ਸ਼ੇਖ ਈਸਾ, ਸ਼ੇਖ ਮੂਸਾ ਤੇ ਸ਼ੇਖ ਹਸਨ ਜੀ। ਬਾਬਾ ਜੀ ਦੇ ਤਿੰਨ ਬੇਟੇ ਸੀਗੇ। ਮੈਨੂੰ ਲੱਗਦਾ ਇਹ ਵੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੋਏਗੀ ਕਿ ਬਾਬਾ ਜੀ ਦੀ ਔਲਾਦ ਕਿੰਨੀ ਸੀ, ਬਾਬਾ ਜੀ ਦੇ ਬੇਟੇ ਕਿੰਨੇ ਸੀ। ਬਾਬਾ ਜੀ ਦੇ ਤਿੰਨ ਬੇਟੇ ਸੀਗੇ, ਇੱਕ ਬੇਟੀ ਸੀਗੀ। ਜੀ ਜੀ। ਬੇਟੀ ਦੀ ਕਬਰ ਈਦਗਾਹ ਦੇ ਕੋਲ ਹੈ, ਬੀਬੀ ਮੰਗੀ, ਹਾਜਨ ਮੰਗੀ ਵੀ ਕਹਿੰਦੇ ਨੇ ਉਹਨੂੰ। ਜੀ ਜੀ। ਉਹ ਉਸ ਦੌਰ ਦੇ ਵਿੱਚ ਵੀ ਹੱਜ ਕੀਤਾ ਹੋਇਆ ਸੀ ਉਹਨਾਂ ਦਾ। ਪੈਦਲ ਹੱਜ ਕਰਕੇ ਆਏ ਸੀਗੇ ਉਹ। ਪੈਦਲ ਹੱਜ ਕਰਕੇ ਆਏ ਸੀਗੇ, ਬਾਬਾ ਜੀ ਹੱਜ ਕਰਕੇ ਆਏ ਸੀਗੇ, ਬਾਬਾ ਜੀ ਦੇ ਨਾਲ ਗਏ ਸੀਗੇ ਉਹ। ਤੇ ਉਹ ਤਿੰਨ ਬੇਟੇ ਇੱਕ ਬੇਟੀ, ਤੇ ਉਹ ਜਿਹੜੀਆਂ ਤਿੰਨ ਕਬਰਾਂ ਨੇ ਉਸ ਸਾਈਡ 'ਚ ਉਹ ਬਾਬਾ ਜੀ ਦੇ। ਆਪਾਂ ਉਹ ਵੀ ਦਿਖਾਉਣੇ ਆ ਤੁਹਾਨੂੰ ਇਹ ਵੀ ਦਿਖਾਉਣਾ ਕਿ ਇੱਥੇ ਬਾਬਾ ਜੀ ਦੀ ਜਿਹੜੀ 17ਵੀਂ ਪੀੜ੍ਹੀ ਹੈਗੀ ਹੈ, ਸ਼ੇਖ ਕਿਹਨਾਂ ਦੀ ਔਲਾਦ ਦੇ ਵਿੱਚੋਂ ਨੇ ਜੀ? ਜਿਹੜੇ ਸ਼ੇਖ ਹਸਨ ਦੀ ਔਲਾਦ ਦੇ ਵਿੱਚੋਂ ਨੇ ਇਹ। ਜੀ ਜੀ। ਇਹ ਖਲੀਫੇ ਹੈ ਇਸ ਜਗ੍ਹਾ ਦੇ, ਔਰ ਉਸ ਟਾਈਮ ਤੋਂ ਇਹ ਚੱਲੇ ਆ ਰਹੇ ਨੇ, ਪੀੜ੍ਹੀ ਦਰ ਪੀੜ੍ਹੀ ਇਹ ਸੇਵਾ ਨਿਭਾਉਂਦੇ ਆ ਰਹੇ ਨੇ। ਤੇ ਇਹਨਾਂ ਦੇ ਦੱਸਣ ਮੁਤਾਬਕ ਹੀ ਹੁਣ ਇਹ 17ਵੀਂ ਪੀੜ੍ਹੀ ਉਹਨਾਂ ਦੀ ਚੱਲ ਰਹੀ ਹੈ। ਜੀ ਜੀ। ਇਹ 17ਵੀਂ ਪੀੜ੍ਹੀ ਹੈ ਜਿਹੜੀ ਇੱਥੇ ਸੇਵਾ ਕਰ ਰਹੀ ਹੈ। ਤੇ ਇਹ ਜਿਹੜੀ ਮਜ਼ਾਰ ਹੈਗੀ ਹੈ ਇਹ ਕਿਹਨਾਂ ਦੀ ਹੈ? ਇਹ ਬਾਬਾ ਜੀ ਦੇ ਤਿੰਨ ਬੇਟੇ ਜੀ। ਅੱਛਾ, ਜਿਹਨਾਂ ਦੀ ਆਪਾਂ ਗੱਲ ਕਰ ਰਹੇ ਸੀਗੇ, ਉਹਨਾਂ ਦੀਆਂ ਕਬਰਾਂ ਨੇ। ਬਾਕੀ ਬਾਬਾ ਜੀ ਦੇ ਨਾਲ ਜਿਹੜੇ ਹੋਰ ਕੁਝ ਸੇਵਾਦਾਰ ਆਏ ਸੀਗੇ, ਉਹ ਜਿਹੜੇ ਬਜ਼ੁਰਗ ਸੀਗੇ ਜਿਨ੍ਹਾਂ ਨੇ ਬਾਬਾ ਜੀ ਦਾ ਦੌਰ ਦੇਖਿਆ, ਬਾਬਾ ਜੀ ਦੇ ਨਾਲ ਰਹੇ ਨੇ, ਉਹਨਾਂ ਦੀਆਂ ਕੁਛ ਦੀਆਂ ਕਬਰਾਂ ਵੀ ਇੱਥੇ ਨੇ। ਜੀ ਜੀ। ਇਹ ਇਸ ਚੀਜ਼ ਦਾ ਬੜਾ ਫਖਰ ਹੁੰਦਾ ਸਾਨੂੰ ਸੁਣ ਕੇ ਕਿ ਬਾਬਾ ਜੀ 'ਚ ਕੋਈ ਊਚ ਨੀਚ, ਕੋਈ ਅਮੀਰ ਗਰੀਬ ਕੁਛ ਨਹੀਂ ਸੀਗਾ ਬਾਬਾ ਜੀ 'ਚ। ਬਾਬਾ ਜੀ ਨੇ ਜਿੱਥੇ ਆਪਣੇ ਬੇਟਿਆਂ ਦੀਆਂ ਕਬਰਾਂ ਬਣੀਆਂ ਨੇ ਉੱਥੇ ਹੀ ਉਹਨਾਂ ਦੇ ਜਿਹੜੇ ਸੇਵਾਦਾਰ ਸੀਗੇ ਉਹਨਾਂ ਦੀਆਂ ਵੀ ਕਬਰਾਂ। ਸੇਵਾਦਾਰ ਵੀ ਉਸ ਵੇਲੇ ਨਾਲ ਆਏ ਸੀ ਬਾਬਾ ਜੀ ਜਿਹੜੇ ਅਫਗਾਨਿਸਤਾਨ ਤੋਂ ਨਾਲ ਆਏ ਸੀਗੇ, ਉਹ ਵੀ ਅੱਜ ਤੱਕ ਪੀੜ੍ਹੀ ਦਰ ਪੀੜ੍ਹੀ ਚੱਲੇ ਆ ਰਹੇ ਨੇ। ਉਹ ਵੀ ਇਸ ਘਰ ਦੀ ਅੱਜ ਵੀ ਸੇਵਾ ਕਰਦੇ ਨੇ। ਮਤਲਬ ਹਜ਼ਾਰਾਂ ਕਿਲੋਮੀਟਰ ਤੋਂ ਚੱਲ ਕੇ ਆਏ, ਆਪਣਾ ਘਰ-ਬਾਰ ਛੱਡ ਕੇ ਆਏ, ਤੇ ਉਸ ਤੋਂ ਬਾਅਦ ਮਲੇਰਕੋਟਲੇ ਦੇ ਹੀ ਹੋ ਕੇ ਰਹਿ ਗਏ। ਔਰ ਅੱਜ ਵੀ ਉਹ ਬਾਬਾ ਜੀ ਦੇ ਨਾਲ ਪਏ ਨੇ, ਤੇ ਉਹਨਾਂ ਦੀ ਔਲਾਦ ਹੈ ਜਿਹੜੀ ਅੱਜ ਵੀ ਇਸ ਦਰਬਾਰ ਦੀ ਸੇਵਾ ਕਰਦੀ ਹੈ। ਉਹ ਅਗਰ ਉਸ ਟਾਈਮ ਸੇਵਾਦਾਰ ਸੀਗੇ ਤਾਂ ਅੱਜ ਵੀ ਉਹਨਾਂ ਦੀਆਂ ਜਿਹੜੀਆਂ ਜੇ 17 ਪੀੜ੍ਹੀਆਂ ਕਹਿੰਦੇ ਹੋ ਤਾਂ 17 ਪੀੜ੍ਹੀਆਂ ਉਹਨਾਂ ਦੀਆਂ ਵੀ ਹੋ ਚੁੱਕੀਆਂ ਸੇਵਾ ਕਰਦੇ ਹੋਏ। ਤੇ ਇਸ ਗੱਲ ਦਾ ਉਰੇ ਬੜਾ ਫਖਰ ਮਹਿਸੂਸ ਹੁੰਦਾ ਹੈ ਕਿ ਬਾਬਾ ਜੀ ਦੇ ਦਰਬਾਰ 'ਚ ਕੋਈ ਊਚ ਨੀਚ ਵਾਲੀ ਗੱਲ ਨਹੀਂ ਹੈਗੀ। ਸੋ ਅਸੀਂ ਦਰਗਾਹ ਬਾਬਤ ਗੱਲਬਾਤ ਕਰ ਰਹੇ ਸੀ, ਅਸੀਂ ਦਰਗਾਹ ਤੋਂ ਬਾਹਰ ਆ ਚੁੱਕੇ ਹਾਂ, ਔਰ ਹੁਣ ਜਿਹੜੀ ਗੱਲ ਅਸੀਂ ਕਰਾਂਗੇ ਮਲੇਰਕੋਟਲਾ ਵਸਣ ਦੀ ਗੱਲ ਕਰਾਂਗੇ ਜੀ। ਆਪਾਂ ਗੱਲ ਕਰ ਰਹੇ ਸੀ ਇਫਤਿਖਾਰ ਸਾਹਿਬ ਕਿ ਕਿਸ ਤਰੀਕੇ ਨਾਲ ਖੰਡਰਾਤ ਦੇ ਵਿੱਚ ਆ ਕੇ ਸ਼ੇਖ ਸਦਰੁਦੀਨ, ਜਿਨ੍ਹਾਂ ਨੂੰ ਅਸੀਂ ਹੈਦਰ ਸ਼ੇਖ ਵੀ ਕਹਿੰਦੇ ਆ, ਦੇ ਨਾਲ ਸਾਰੇ ਮਸ਼ਹੂਰ ਨੇ ਪੂਰੀ ਦੁਨੀਆ ਦੇ ਵਿੱਚ, ਤੇ ਫਿਰ ਉਹ ਖੰਡਰਾਤ ਦੀ ਕੀ ਕਹਾਣੀ ਹੈਗੀ ਜੀ? ਕੋਈ ਖੰਡਰਾਤ ਬਾਰੇ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ ਕਿ ਇੱਥੇ ਮਲਹੇਰਗੜ੍ਹ ਨਾਂ ਦਾ ਕਸਬਾ ਵਸਿਆ ਸੀਗਾ, ਪਰ ਕਦੋਂ ਸੀਗਾ ਪੁਰਾਣੀ ਗੱਲ ਹੋ ਗਈ। ਤਾਂ ਬਾਬਾ ਜੀ ਨੇ ਜਦ ਖੰਡਰਾਤ 'ਚ ਆ ਕੇ ਆਪਣੀ ਕੁੱਲੀ ਬਣਾਈ, ਯਾਨੀ ਕਿ ਆਪਣਾ ਡੇਰਾ ਲਾਇਆ, ਉੱਥੇ ਆ ਕੇ ਬੈਠ ਗਏ, ਉਹ ਲੋਕਾਂ ਨੂੰ ਪ੍ਰਚਾਰ ਕਰਨਾ ਸ਼ੁਰੂ ਕਰਤਾ, ਬਾਬਾ ਜੀ ਕੋਲੇ ਲੋਕ ਆਉਣੇ ਸ਼ੁਰੂ ਹੋ ਗਏ। ਤਾਂ ਭੁੰਮਸੀ ਨਾਂ ਦਾ ਕਸਬਾ ਜਿਹੜਾ ਬਿਲਕੁਲ ਨਾਲ ਸੀਗਾ,
ਭੁੰਮਸੀ ਦੇ ਲੋਕ ਵੀ ਆ ਕੇ ਉਹਨਾਂ ਦੇ ਬਾਬਾ ਜੀ ਦੇ ਕੋਲ ਬੈਠਣ ਲੱਗ ਗਏ। ਹੌਲੀ ਹੌਲੀ ਉੱਥੇ ਬਸੋਂ ਸ਼ੁਰੂ ਹੋ ਗਈ, ਲੋਕਾਂ ਨੇ ਬਸਣਾ ਸ਼ੁਰੂ ਕਰਤਾ। ਤਾਂ ਉਹ ਜਦੋਂ ਥੋੜ੍ਹੀ ਜਿਹੀ ਆਬਾਦੀ ਵੱਧ ਗਈ, ਕਿਉਂਕਿ ਪਹਿਲਾ ਨਾਮ ਜਿਹੜਾ ਸੀਗਾ ਮਲਹੇਰਗੜ੍ਹ ਸੀਗਾ, ਤਾਂ ਲੋਕਾਂ ਨੇ ਉਹ ਮਲਹੇਰਗੜ੍ਹ ਦਾ ਭੁੱਲ ਗਏ, ਮਲੇਰ ਕਹਿਣਾ ਸ਼ੁਰੂ ਕਰਤਾ। ਮਲਹੇਰ ਤੋਂ ਮਲੇਰ ਬਣ ਗਿਆ। ਤਾਂ ਹੁਣ ਹੌਲੀ ਹੌਲੀ ਜਿਹੜੀ ਉੱਥੇ ਆਬਾਦੀ ਵਸਣੀ ਸ਼ੁਰੂ ਹੋਈ ਉਹ ਮਲੇਰ ਦੇ ਨਾਂ ਤੇ ਸ਼ੁਰੂ ਹੋ ਗਈ। ਤਾਂ ਬਾਬਾ ਜੀ ਨੇ ਜ਼ਿਆਦਾ ਆ ਕੇ ਕੁੱਲੀ ਬਣਾਈ ਉੱਥੇ, ਤਦ ਹੀ ਮਲੇਰ ਬਣਨਾ ਸ਼ੁਰੂ ਹੋਇਆ। ਮਲਹੇਰਗੜ੍ਹ ਤਾਂ ਖਤਮ ਹੋ ਗਿਆ। ਤੇ ਭੁੰਮਸੀ ਬਾਰੇ ਮੈਂ ਦੱਸ ਦੇਵਾਂ, ਜਿਹੜਾ ਇਹ ਮਲਹੇਰਗੜ੍ਹ ਸੀਗਾ ਇਹ ਤਾਂ ਰਾਜਾ ਮਲਹੇਰ ਸਿੰਘ ਨੇ ਬਣਾਇਆ ਸੀ। ਇਹ ਵੀ ਭੀਮ ਸੈਨ ਦੇ ਵੰਸ਼ ਦੇ ਵਿੱਚੋਂ ਸੀਗਾ। ਭੁੰਮਸੀ ਜਿਹੜਾ ਸੀਗਾ ਉਹ ਵੀ ਭੀਮ ਸੈਨ ਦਾ ਪੁੱਤਰ ਹੀ ਸੀਗਾ, ਜਿਹਨੇ ਵਸਾਇਆ ਸੀਗਾ ਰਾਜਾ ਚੰਦਰਭਾਨ। ਉਹਨੇ ਭੁੰਮਸੀ ਦਾ ਨਾਮ ਜਿਹੜਾ ਆਪਣੇ ਭੀਮ ਸੈਨ ਦੇ ਬਾਪ ਦੇ ਆਪਣੇ ਨਾਮ ਤੇ ਹੀ ਰੱਖਿਆ ਸੀਗਾ। ਭੁੰਮਸੀ ਦੇ ਵਿੱਚ ਆਬਾਦੀ ਸੀਗੀ, ਮਗਰ ਉੱਜੜ ਉਹ ਵੀ ਚੁੱਕਿਆ ਸੀਗਾ। ਉੱਥੇ ਉਹਨਾਂ ਦਾ ਕੋਈ ਰਾਜ ਭਾਗ ਨਹੀਂ ਚੱਲਦਾ ਸੀਗਾ ਤੇ ਵੰਸ਼ ਉੱਜੜ ਚੁੱਕੇ ਸੀਗੇ। ਹੁਣ ਤੱਕ ਕਸਬਾ ਸੀਗਾ ਬਸ ਉਹ। ਤੇ ਹੁਣ ਉਹ ਅਫਗਾਨਿਸਤਾਨ ਤੋਂ ਆਉਣ ਜਾਣ ਵਾਲਿਆਂ ਦੇ ਉੱਥੇ ਪੜਾਅ ਹੁੰਦੇ ਸੀਗੇ ਤੇ ਉਹਨਾਂ ਦੀ ਬਸ ਉਹਨਾਂ ਦਾ ਰੋਜੀ ਰੁਜ਼ਗਾਰ ਦਾ ਚੱਲਦਾ ਸੀਗਾ। ਬਾਕੀ ਕਸਬਿਆਂ ਦੇ ਵਿੱਚ ਬਾਦਸ਼ਾਹਤ ਜਾਂ ਹਕੂਮਤ ਨਾਂ ਦੀ ਕੋਈ ਚੀਜ਼ ਨਹੀਂ ਸੀਗੀ। ਤਾਂ ਬਾਬਾ ਜੀ ਨੂੰ 1446 ਜਾ ਕੇ ਬਸੇ ਉੱਥੇ। ਬਾਬਾ ਜੀ ਨੂੰ ਰਹਿੰਦਿਆਂ ਹੋਇਆਂ ਨੂੰ 5 ਸਾਲ ਹੋ ਗਏ। 5 ਸਾਲਾਂ ਦੇ ਵਿੱਚ ਬਾਬਾ ਜੀ ਦੇ ਆਲੇ ਦੁਆਲੇ ਆਬਾਦੀ ਕਾਫੀ ਵੱਧ ਗਈ, ਬਸ ਗਈ ਆ ਕੇ। ਤੇ ਨਾਮ ਵੀ ਮਲਹੇਰਗੜ੍ਹ ਤੋਂ ਮਲੇਰ ਚੱਲ ਪਿਆ। ਤਾਂ 5 ਸਾਲ ਬਾਅਦ 1451 ਈਸਵੀ ਦੇ ਵਿੱਚ ਅਫਗਾਨਿਸਤਾਨ ਤੋਂ ਫੌਜ ਲੈ ਕੇ ਚੜ੍ਹਾਈ ਕੀਤੀ ਬਹਿਲੋਲ ਲੋਧੀ ਨੇ ਹਿੰਦੁਸਤਾਨ ਤੇ ਆ ਕੇ ਆਪਣੀ ਹਕੂਮਤ ਕਾਇਮ ਕਰਨ ਵਾਸਤੇ। ਤਾਂ 1451 'ਚ ਜਦੋਂ ਆਇਆ ਰਸਤਾ, ਕਿਉਂਕਿ ਉਹੀ ਥਾ ਜਦੋਂ ਸਤਲੁਜ ਦਰਿਆ ਪਾਰ ਕੀਤਾ, ਤਾਂ ਉਸ ਤੋਂ ਬਾਅਦ ਉਹਨੇ ਭੁੰਮਸੀ ਵਿੱਚ ਦੀ ਹੋ ਕੇ ਲੰਘਣਾ। ਤਾਂ ਭੁੰਮਸੀ ਪਹੁੰਚਿਆ, ਇੱਥੇ ਪੜਾਅ ਕੀਤਾ ਉਹਨੇ। ਰਾਤ ਹੋ ਗਈ, ਪੜਾਅ ਕੀਤਾ। ਤਾਂ ਰਾਤ ਨੂੰ ਬੈਠਾ ਬਹਿਲੋਲ ਲੋਧੀ, ਉਹਨੇ ਕਿਹਾ ਵੀ ਆਲੇ ਦੁਆਲੇ ਕਿਹੜੀ ਜਗ੍ਹਾ 'ਚ ਆਪਾਂ ਆ ਗਏ? ਕਹਿੰਦੇ ਜੀ ਜਗ੍ਹਾ ਕੁਛ ਨਹੀਂ, ਇੱਥੇ ਇੱਕ ਬਜ਼ੁਰਗ ਬੈਠਾ ਤੇ ਉਹ ਬਜ਼ੁਰਗ ਦੀ ਜਿਹੜੀ ਮਾਨਤਾ ਉਹ ਬਹੁਤ ਜ਼ਿਆਦਾ ਵੀ ਬਜ਼ੁਰਗ ਨੇ ਜਿਹੜੇ ਉਹਨਾਂ ਦੀ ਮਾਨਤਾ ਬਹੁਤ ਹੈ ਵੀ ਲੋਕ ਉਹਨਾਂ ਨੂੰ ਅਸੀਂ ਇਹ ਪਤਾ ਕਰਿਆ। ਉਹ ਕਹਿੰਦੇ ਵੀ ਪੁੱਛੋ ਫਿਰ ਆਪਾਂ ਵੀ ਮਿਲੀਏ ਬਜ਼ੁਰਗਾਂ ਨੂੰ। ਉਹ ਪਤਾ ਕਰਿਆ ਤਾਂ ਬਹਿਲੋਲ ਲੋਧੀ ਭੁੰਮਸੀ ਤੋਂ ਆਪਣੇ ਕੈਂਪ 'ਚੋਂ ਚੱਲ ਕੇ ਬਾਬਾ ਜੀ ਦੀ ਕੁੱਲੀ ਕੁਟੀਆ ਤੱਕ ਪਹੁੰਚ ਗਏ। ਜਾ ਕੇ ਕਹਿੰਦੇ ਜੀ ਇਸ ਤਰ੍ਹਾਂ ਕਰਕੇ ਅਫਗਾਨਿਸਤਾਨ। ਉਸ ਵੇਲੇ ਵੀ ਇੰਨੀ ਜ਼ਿਆਦਾ ਇਹਨਾਂ ਦੀ ਅਕੀਦਤ ਸੀ ਕਿ ਵਕਤ ਦੇ ਸੁਲਤਾਨ, ਵਕਤ ਦੇ ਜਿਹੜੇ ਹੁਕਮਰਾਨ ਨੇ ਉਹ ਖੁਦ ਚੱਲ ਕੇ ਉਹਨਾਂ ਕੋਲ ਗਏ। ਉਹ ਹੁਕਮਰਾਨ ਹਜੇ ਬਣੇ ਨਹੀਂ ਸੀਗੇ। ਉਹਨਾਂ ਨੇ ਤਾਂ ਦਿੱਲੀ ਤੇ ਚੜ੍ਹਾਈ ਕਰਕੇ ਉੱਥੇ ਲੜਾਈ ਲੜ ਕੇ ਦਿੱਲੀ ਦਾ ਤਖਤ ਹਾਸਲ ਕਰਨਾ ਸੀ। ਉਹ ਤਾਂ ਪਹਿਲਾਂ 2 ਵਾਰ ਪਹਿਲਾਂ ਵੀ ਹਮਲਾ ਕਰਕੇ ਗਏ ਸੀ, ਲੇਕਿਨ ਉਹਨਾਂ ਨੂੰ ਫਤਿਹ ਨਹੀਂ ਨਸੀਬ ਹੋਈ ਸੀ। ਹਾਂਜੀ, ਉਹ ਜਦ ਆਖਰੀ ਹਮਲੇ 'ਚ ਆਏ ਨੇ, ਉਸ ਟਾਈਮ ਭੁੰਮਸੀ ਦੇ ਪੜਾਅ ਦੀ ਮੈਂ ਗੱਲ ਤੁਹਾਨੂੰ ਦੱਸ ਰਿਹਾ। ਮਤਲਬ ਉਹ ਦੇਖਿਆ ਵੀ ਬਜ਼ੁਰਗ ਨੇ, ਇੱਕ ਬਜ਼ੁਰਗਾਂ ਦੀ ਬਹੁਤ ਇੱਜ਼ਤ ਕਰਦਾ ਸੀਗਾ ਬਹਿਲੋਲ ਲੋਧੀ ਜਿਹੜਾ ਸੀਗਾ, ਸੂਫੀ ਮੱਤ ਦੇ ਬੰਦਿਆਂ ਦੀ, ਕਿਉਂਕਿ ਆਪ ਵੀ ਇਸ ਤਰ੍ਹਾਂ ਦਾ ਹੀ ਥਾ। ਉਹ ਇਸ ਤਰ੍ਹਾਂ ਦਾ ਹੀ ਖਿਆਲ ਰੱਖਦਾ ਸੀ। ਤਾਂ ਉਹ ਜਦੋਂ ਬਾਬਾ ਜੀ ਨੂੰ ਮਿਲਣ ਗਿਆ, ਜਾ ਕੇ ਦੇਖਿਆ ਕਿ ਇੰਨੀ ਹਨੇਰੀ ਚੱਲਦੀ ਹੈ, ਹਵਾ ਚੱਲਦੀ ਹੈ, ਬਾਬਾ ਜੀ ਦੀ ਕੁਟੀਆ ਦੇ ਵਿੱਚ ਚਿਰਾਗ ਜਲ ਰਿਹਾ ਹੈ।